ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। जिना बात को बहुत अंदेसरो ते मिटे सब गया। सहज सहन हर सुख मन नारी। ऊंद कवल बिगसया देखो अचरज भया। जे ठाकुर को सुनत अगाध सो हृदय गुरदया। जोए दूत मोहे बहुत संतावत ते भयानक भया। करे बेनती राखो ठाकुर ते हम तेरी शरण आया। यह भंडार गोबिंद का खुलिया जे प्राप्त तह लिया। एक नाम गुर अचरज दीनो अटल अमर नाम हुआ। भगत भंडार गुरु नानक को सौंप फिर लेखा मूल ना लया। वाहिगुरु साहिब जी। सतनाम श्री वाहिगुरु साहिब जी। राम कली महला पहला। अष्टपदियाँ एक ओंकार सतगुरु प्रसाद। सोई चंद चढ़ा सितारे सोई दिनियर तपत रहे। सा धरती सो पौन चलारे जो जी खिला था वो कैसे। सोई चंद चढ़ा सितारे सोई दिनियर तपत रहा। सा धरती सो पवन चलारे जोग जी खिल थान कैसे। जीवन तलब निवार होवे परवाना करे तिनमाना कल खण विचार रहो।
कितै देश न आया सुनिए, तीर्थ पास न बैठा, दाता दान करे ते नाही, महल उसार न बैठा, जे को सत करे सो छिजै, तप कर तप न होई, जे को नाम ले बदनावा, कल के लखण एही, जिस सिकदारी तिसै खुआरी, चाकर के हे डरना, जां सिकदार पवै जंजीरी, तां चाकर हथों मरना, आख गुणा कर आइए, तेह जग केरा रहया तपास, जे गुण देह तां पईए रहाओ, कल कलवाली सरान वेड़ी, काजी कृष्णा हुआ, बाणी बर्मा वेद अर्थवाण, गरणी कीरत लहया, पत विण पूजा सत विण संजम, जत विण काहे जनेऊ, नहावो तो तिलक चढ़ावो, सोच बिन सोच ना होई, कल परवान तेब कुरान, पोथी पंडित रहे पुराण, नानक नाम प्यार मान, कर करता तू एको जान, नानक नाम मिलै वड्याई, इदो पर कर्म नाही, जेकर हुंद मंगण जाइए, फिर ओलामा मिलै तही, नानक नाम मिलै वड्याई, इदू उपर कर्म नहीं, जेकर हुंदे मंगण जाइए, फिर ओलामा मिलै तही, परम सन्मान योग जुगो जुग अटल, चवर छतर ਸਿੰਘਾਸਨ ਦੇ ਮਾਲਕ, ਜਾਹਰਾ ਜਹੂਰ ਹਾਜ਼ਰਾ ਹਜੂਰ, ਸਰਬ ਕਲਾ ਭਰਪੂਰ, ਸਮੁੱਚੀ ਮਾਨਵਤਾ ਦੇ ਰਹਿਬਰ, ਖੰਡਾਂ ਬ੍ਰਹਿਮੰਡਾਂ ਦੇ ਮਾਲਕ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ, ਜਿਨ੍ਹਾਂ ਦੀ
ਪਵਿੱਤਰ ਗੋਦ ਅੰਦਰ ਜੁੜ ਬੈਠੇ ਅਤੇ ਚੈਨਲ ਮੀਡੀਆ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ ਤੇ ਘਰਾਂ ਵਿੱਚ ਬੈਠੇ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਨਾਲ ਸਾਂਝ ਬਣਾ ਰਹੇ ਗੁਰੂ ਪਿਆਰੇ, ਗੁਰੂ ਸਵਾਰੇ ਸਤਸੰਗੀ ਜਨੋ ਵਡਭਾਗੇ ਹੋ। ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਨਾਲ ਸਾਂਝ ਬਣਾ ਕੇ ਇਸ ਮਨੁੱਖਾ ਜੀਵਨ ਦੇ ਮਨੋਰਥ ਨੂੰ ਸਫਲਿਆਂ ਸੁਚਾਰਿਆਂ ਬਣਾਉਣ ਲਈ ਉੱਦਮ ਉਪਰਾਲੇ ਕਰ ਰਹੇ ਹੋ। ਸਤਿਗੁਰੂ ਜੀ ਨੇ ਅਪਾਰ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਸਤਿਗੁਰੂ ਜੀ ਦੇ ਪਾਵਨ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਆਪ ਜੀ ਨੇ ਨਿਤਨੇਮ ਸਰਵਣ ਕੀਤਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ਼ਬਦ ਵਿੱਚੋਂ ਸਤਿਗੁਰੂ ਜੀ ਦਾ ਰਾਮਕਲੀ ਰਾਗ ਦਾ ਇਹ ਸ਼ਬਦ ਜਿਹੜਾ ਸਤਿਗੁਰੂ ਜੀ ਦੇ 902 ਅੰਕ ਤੇ ਸੁਭਾਇਮਾਨ ਹੈ, ਜੋ ਦਾਸ ਨੇ ਆਪ ਸੰਗਤਾਂ ਨਾਲ ਸਾਂਝਾ ਕੀਤਾ ਹੈ। ਸਤਿਗੁਰੂ ਜੀ ਦੀ ਬਖਸ਼ਿਸ਼ ਰਹਿਮਤ ਇਸ ਪਾਵਨ ਸ਼ਬਦ ਰਾਹੀਂ ਸਾਡੇ ਜੀਵਨ ਤੇ ਕਰਦੇ ਹਨ। ਗੁਰਮਤਿ ਦੀਆਂ ਵਿਚਾਰਾਂ ਕਰਨ ਤੋਂ ਪਹਿਲਾਂ ਕਲਗੀਧਰ ਹਜ਼ੂਰ ਅੰਮ੍ਰਿਤ ਕੇ ਦਾਤੇ ਬਾਦਸ਼ਾਹ ਦਰਵੇਸ਼ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਲੋਂ ਬਖਸ਼ਿਸ਼ ਕੀਤੀ ਹੋਈ ਮੁਬਾਰਕ ਫਤਿਹ ਨਾਲ ਸਾਂਝ ਬਣਾਈਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਾਰੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡੇ ਭਾਗਾਂ ਵਾਲੇ ਹੋ ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨਾਲ ਜੁੜੇ ਹੋ। ਸਤਿਗੁਰੂ ਜੀ ਨੇ ਜਿੱਥੇ ਜੀਵਨ ਦੇ ਵੱਖ-ਵੱਖ ਵਿਸ਼ਿਆਂ ਤੇ ਸਾਡੇ ਨਾਲ ਸਾਂਝਾਂ ਕੀਤੀਆਂ ਹਨ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਧਰਮ ਦੇ ਨੁਕਸਾਨ ਕਰਨ ਵਾਲੇ ਤੇ ਧਾਰਮਿਕ ਬਿਰਤੀ ਰੱਖਣ ਵਾਲੇ ਨੂੰ ਆੜੇ ਹੱਥੀ ਲਿਆ ਹੈ। ਅਸੀਂ ਕਈ ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਵਿਚਾਰ ਚਰਚਾ ਕਰਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਕਿ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਪਰਮੇਸ਼ਰ ਦੀ ਗੱਲ ਕੀਤੀ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਅਕਾਲ ਪੁਰਖ ਵਾਹਿਗੁਰੂ ਮਹਾਰਾਜ ਜੀ ਦੀ ਸਿਫਤ ਸਲਾਹ ਕਰਨ ਦੇ ਨਾਲ ਸਮਾਜ ਵਿੱਚ ਆਈਆਂ ਹੋਈਆਂ ਕੁਰੀਤੀਆਂ ਦਾ ਵਿਰੋਧ ਵੀ ਸ਼ਬਦਾਂ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਕੀਤਾ, ਉਹਦੀ ਨਿਖੇਧੀ ਕੀਤੀ। ਜੋ ਵੀ ਸ਼ਬਦ ਦਾਸ ਨੇ ਆਪ ਜੀ ਨਾਲ ਸਾਂਝਾ ਕੀਤਾ ਹੈ, ਸਤਿਗੁਰੂ ਜੀ ਨੇ ਇਸ ਦੇ ਵਿੱਚ ਬਹੁਤ ਹੀ ਵਧੀਆ ਉਪਦੇਸ਼ ਸਾਡੇ ਨਾਲ ਸਾਂਝਾ ਕੀਤਾ ਹੈ। ਇਸ ਵਿੱਚ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਉਥਾਨਕਾ ਲਿਖਣ ਵਾਲਿਆਂ ਨੇ ਸ਼ਬਦ ਦੀ ਉਥਾਨਕਾ ਲਿਖਣ ਵੇਲੇ ਆਖਿਆ ਕਿ ਇਸ ਸ਼ਬਦ ਦੀ ਜਿਹੜੀ ਸਾਂਝ ਹੈ, ਗੁਰੂ ਨਾਨਕ ਦੇਵ ਜੀ ਨੇ ਜਦੋਂ ਭਾਈ ਮਰਦਾਨਾ ਜੀ ਦੇ ਨਾਲ ਸੰਸਾਰ ਨੂੰ ਤਰਦਿਆਂ ਹੋਇਆਂ ਸਤਿਗੁਰੂ ਜੀ ਗਇਆ ਦੀ ਧਰਤੀ ਤੇ ਗਏ। ਉੱਥੇ ਕੀ ਸੀ, ਲੋਕ ਮਰ ਚੁੱਕੇ ਪਿੱਤਰਾਂ ਦੇ ਨਿਮਿਤ ਪਿੰਡ ਬਣਾਉਂਦੇ ਸੀ, ਜਿਵੇਂ ਹਰਿਦੁਆਰ ਹੋ ਗਿਆ, ਜਗਨਨਾਥ ਹੋ ਗਿਆ, ਹੋਰ ਵੀ ਬਹੁਤ ਸਾਰੇ ਇਲਾਕੇ ਹਨ। ਸਤਿਗੁਰੂ ਜਦੋਂ ਉੱਥੇ ਗਏ ਤੇ ਸਤਿਗੁਰੂ ਜੀ ਕੀ ਵੇਖਦੇ ਨੇ ਕਿ ਨਦੀ ਦੇ ਗੰਗਾ ਦੇ ਘਾਟ ਦੇ ਕੰਢੇ ਦੇ ਉੱਤੇ ਬਹਿ ਕੇ ਜੋ ਪੁਜਾਰੀ ਲੋਕ ਸਨ ਉਹ ਹਵਨ ਕੁੰਡ ਵਿੱਚ ਸਮੱਗਰੀ ਪਾ ਰਹੇ ਸਨ, ਜਿਵੇਂ ਸਾਰੀ ਰੂਪ ਰੇਖਾ ਜਿਹੜੀ ਹੈ ਨਾ ਉਹ ਲਿਖੀ ਹੋਵੇ। ਕਬੀਰ ਸਾਹਿਬ ਜੀ ਇੱਕ ਪੰਕਤੀ ਵਿੱਚ ਕਹਿੰਦੇ ਨੇ, ਫਾਸਨ ਕੀ ਵਿਦ ਸਭ ਕੋਈ ਜਾਣੇ, ਛੂਟਣ ਕੀ ਇੱਕ ਕੋਈ, ਕਿ ਪੁਜਾਰੀ ਕੋਲ ਫਸਾਉਣ ਦੇ ਤਰੀਕੇ ਬਹੁਤ ਆ, ਬਸ ਫਸਣ ਵਾਲਾ ਬੰਦਾ ਚਾਹੀਦਾ।
ਬਹੁਤ ਹੀ ਤਰੀਕੇ ਹਨ। ਤੁਸੀਂ ਕਿਵੇਂ ਉਹ ਜਿਹੜੀ ਪੰਕਤੀ ਆ ਨਾ ਉਹ ਪੜ੍ਹੋ। ਜਦੋਂ ਆਖਿਆ ਨਾ ਕਿਸੇ ਨੂੰ ਪੁਜਾਰੀ ਨੇ ਵੀ ਬੰਦੇ ਨੇ ਮਰਨਾ ਹੋਵੇ ਤੇ ਕੀ ਮੁਕਤੀ ਲੈਣੀ ਹੋਵੇ ਤੇ ਉਹਦੇ ਵਾਸਤੇ ਕੀ ਜ਼ਰੂਰੀ ਆ, ਉਹ ਕਹਿੰਦੇ ਜੇ ਮਰਨ ਤੋਂ ਪਹਿਲਾਂ ਪਵਿੱਤਰ ਧਾਮ ਤੇ ਆ ਜੇ ਨਾ ਤੇ ਫਿਰ ਉਹ ਮੁਕਤ ਹੋ ਸਕਦਾ। ਜਿਵੇਂ ਹਰਿਦੁਆਰ ਹੋ ਗਿਆ, ਗਿਆ ਦੀ ਧਰਤੀ ਹੋ ਗਈ, ਇੱਥੇ ਬੰਦਾ ਮਰਨ ਤੋਂ ਪਹਿਲਾਂ ਆ ਜੇ ਨਾ ਤੇ ਉਹਦੀ ਮੁਕਤੀ ਹੋ ਸਕਦੀ ਆ। ਆਖਰੀ ਸਾਹ ਜੇ ਬੰਦੇ ਦੇ ਇੱਥੇ ਨਿਕਲਣਾ ਇਸ ਧਰਤੀ ਤੇ ਉਹਦੀ ਮੁਕਤੀ ਪੱਕੀ ਆ। ਫਿਰ ਅਗਲੇ ਬੰਦੇ ਨੇ ਆਖਿਆ ਕਿ ਮੌਤ ਦਾ ਕੀ ਪਤਾ, ਕਿ ਮੌਤ ਦਾ ਕੀ ਪਤਾ ਕਦੋਂ ਆ ਜਾਏ, ਮੌਤ ਨਿਸ਼ਚਿਤ ਥੋੜ੍ਹਾ ਵਾ, ਉਹਦਾ ਕੀ ਪਤਾ ਕਦੋਂ ਆ ਜਾਏ। ਫਿਰ ਕਹਿੰਦੇ ਵੀ ਇੱਦਾਂ ਕਰੋ, ਜੇ ਮੌਤ ਤੋਂ ਪਹਿਲਾਂ ਨਹੀਂ ਆ ਸਕਦੇ ਲੈ ਕੇ ਤੇ ਡੈਥ ਬੋਡੀ ਜਿਹੜੀ ਆ ਉਹ ਸਾਡੀ ਇੱਥੇ ਲੈ ਆਓ, ਸਾਡੇ ਕੋਲ ਲੈ ਆਓ। ਉਸ ਬੰਦੇ ਦੀ ਡੈਥ ਬੋਡੀ ਜਿਹੜੀ ਆ ਉਹ ਇੱਥੇ ਲੈ ਆਓ ਤੇ ਉਹਦੀ ਮੁਕਤੀ ਹੋ ਜਾਊਗੀ। ਹੁਣ ਤੁਸੀਂ ਉੱਥੇ ਗਏ ਹੋ, ਕਦੀ ਵੇਖਿਆ ਹੋਊਗਾ ਕਿ ਉੱਥੇ 200 250 ਇੱਕ ਦਿਨ ਦੇ ਵਿੱਚ ਜਿਹੜੀਆਂ ਡੈਥ ਬੋਡੀਆਂ ਹੁੰਦੀਆਂ ਉਹ ਜਲਾਈਆਂ ਜਾਂਦੀਆਂ। ਜਦੋਂ ਪੁੱਛਿਆ ਗਿਆ ਕਿ ਇੰਨੀਆਂ ਬੋਡੀਆਂ, ਇੰਨੇ ਬੰਦੇ ਮਰਦੇ ਇੱਥੇ, ਕਹਿੰਦੇ ਨਹੀਂ, ਇਹ ਬੰਦੇ ਇੱਥੇ ਦੇ ਨਹੀਂ ਆ, ਇਹ ਦੂਜੇ ਹੋਰ ਪ੍ਰਾਂਤਾਂ ਤੋਂ ਵੀ ਆਏ ਆ। ਇਹ ਇੰਨੇ ਕਿਵੇਂ, ਉਹ ਕਹਿੰਦੇ ਇੱਥੇ ਫਿਰ ਇੰਨੇ ਸੰਸਕਾਰ ਕਿਵੇਂ ਹੋ ਜਾਂਦੇ ਆ ਇੱਕ ਟਾਈਮ 'ਤੇ ਹੀ। ਉਹ ਕਹਿੰਦੇ ਕਿ ਇੱਦਾਂ ਵਾ ਕਿ ਜਿਹੜਾ ਪਰਿਵਾਰ ਵੀ ਇੱਥੇ ਆਉਂਦਾ ਵਾ, ਕਿ ਜਿਹੜਾ ਪਰਿਵਾਰ ਵੀ ਲੈ ਕੇ ਆਉਂਦਾ ਵਾ ਉਹਦੀ ਜਿਹੜੀ ਜਿੰਨੀ ਦੇਰ ਤੱਕ ਪਰਿਵਾਰ ਦੇ ਵਾਲੀ ਵਾਰਸ ਇੱਥੇ ਹੁੰਦੇ ਨੇ ਉਦੋਂ ਤੱਕ ਜਿਹੜੀ ਉਹ ਦੇਹੀ ਆ ਉੱਥੇ ਜਲਾਈ ਜਾਂਦੀ ਆ। ਜਦੋਂ ਪਰਿਵਾਰ ਦੇ ਮੈਂਬਰ ਚਲੇ ਜਾਣ ਉਦੋਂ ਜਿਹੜੀ ਉਹ ਦੇਹੀ ਆ ਉਹਨੂੰ ਅੱਧੀ ਸੜੀ ਸਮੁੰਦਰ ਦੇ ਵਿੱਚ ਸੁੱਟ ਦਿੰਦੇ ਆ, ਉਹ ਮੱਛੀਆਂ ਖਾ ਲੈਂਦੀਆਂ। ਫਿਰ ਉਹਨੇ ਕਿਸੇ ਨੇ ਆਖਿਆ ਕਿ ਇੰਨੀ ਦੂਰੋਂ ਡੈਡ ਬੋਡੀ ਜਿਹੜੀ ਆ ਉਹ ਜੇ ਨਾ ਲਿਆਂਦੀ ਗਈ ਤੇ ਫਿਰ ਸਾਧਨ ਹੀ ਨਹੀਂ ਸੀ, ਉਦੋਂ ਸਾਧਨ ਬਹੁਤ ਘੱਟ ਸੀ। ਫਿਰ ਅੱਗੋਂ ਪੁਜਾਰੀ ਨੇ ਕਿਹਾ ਕਿ ਇੱਦਾਂ ਕਰ ਲਿਓ ਕਿ ਅਸਥੀਆਂ ਜਿਹੜੀਆਂ ਉਹਦੀਆਂ ਲੈ ਆਇਓ, ਅਸਥੀਆਂ ਦੇ ਉੱਤੇ ਤੁਹਾਡੀ ਮੁਕਤੀ ਕਰ ਦਾਂਗੇ। ਫਿਰ ਜੇ ਅਸਥੀਆਂ ਵੀ ਨਾ ਆ ਸਕੀਆਂ ਫਿਰ ਉਹ ਕਹਿੰਦੇ ਫਿਰ ਕਿਰਿਆ ਕਰਮ ਇੱਥੇ ਹੀ ਕਰ ਦਾਂਗੇ, ਤੁਸੀਂ ਉਹਦਾ ਨਾਂ ਦੱਸ ਦਿਓ। ਹੁਣ ਵੇਖੋ ਕਿਵੇਂ ਦਾ ਭਰਮ ਜਾਲ ਪਾ ਕੇ ਨਾ ਲੋਕਾਂ ਨੂੰ ਠੱਗਣ ਦੀ ਕੋਸ਼ਿਸ਼ ਕੀਤੀ ਗਈ। ਹੁਣ ਜਿਹੜੇ ਲੋਕ ਮਰ ਜਾਂਦੇ ਸੀ ਨਾ ਉਹਨਾਂ ਦੇ ਪ੍ਰਤੀ ਇੱਕ ਪਿੰਡ ਬਣਾਉਣੇ। ਤੁਸੀਂ ਵੇਖਿਆ ਹੋਊਗਾ ਕੇਲਿਆਂ ਦੇ ਪੱਤਿਆਂ 'ਤੇ ਗੋਲ ਗੋਲ ਚੌਲਾਂ ਦੇ ਬਣਾਏ ਹੁੰਦੇ ਆ, ਜੌਂ ਦੇ ਪਿੰਡ ਰੱਖ ਕੇ ਨਾ ਪੱਤਿਆਂ 'ਤੇ ਉਹ ਦਾਨ ਕਰਦੇ ਸੀ। ਵੱਡੇ ਵੱਡੇ ਜਿਹੇ ਲੱਡੂ ਹੁੰਦੇ ਆ ਉਹ, ਅਤੇ ਉਹ ਦਾਨ ਕਰਦੇ ਸੀ। ਉਹ ਕਾਹਦੇ ਵਾਸਤੇ ਸੀ? ਜਿਹੜਾ ਪ੍ਰਾਣੀ ਮਰ ਚੁੱਕਾ ਨਾ ਉਹਨੂੰ ਰਸਤੇ ਵਿੱਚ ਭੁੱਖ ਲੱਗਦੀ ਆ, ਉਹਦੇ ਖਾਣ ਵਾਸਤੇ ਸੀ ਉਹ। ਹੁਣ ਵੇਖਿਓ ਕਿ ਜਿਹੜੀ ਇਹ ਲੋੜ ਆ ਇਹ ਸਰੀਰ ਦੀ ਆ। ਜਦੋਂ ਸਰੀਰ ਇੱਥੇ ਰਹਿ ਗਿਆ, ਪੰਜ ਭੂਤਕ ਸਰੀਰ ਜਿਹੜਾ ਉਹ ਸਾੜ ਦਿੱਤਾ ਗਿਆ ਅਤੇ ਭੁੱਖ ਕਿਹਨੂੰ ਲੱਗਣੀ ਆ? ਮਿੱਟੀ ਮਿੱਟੀ 'ਚ ਸਮਾ ਗਈ, ਹਵਾ ਹਵਾ 'ਚ ਸਮਾ ਗਈ, ਇਕੱਲੀ ਆਤਮਾ ਬਚੀ। ਆਤਮਾ ਦੀ ਖੁਰਾਕ ਜਿਹੜੀ ਆ ਉਹ ਇਹ ਖਾਣਾ ਪੀਣਾ ਥੋੜ੍ਹਾ ਵਾ। ਆਤਮਾ ਦੀ ਖੁਰਾਕ ਤੇ ਹੋਰ ਹੀ ਕੁਝ ਆ। ਉੱਥੇ ਸਤਿਗੁਰੂ ਜੀ ਨੇ ਆਖਿਆ ਕਿ ਗਿਆਨ ਕਾ ਵੱਧਾ ਮਨ ਰਹੇ। ਆਤਮਾ ਦੀ ਖੁਰਾਕ ਜਿਹੜੀ ਆ ਉਹ ਕੀ ਆ? ਗਿਆਨ ਆ। ਇਹ ਭਰਮ ਜਾਲ ਜਿਹੜਾ ਇਹ ਉਹਨਾਂ ਦੇ ਵਿੱਚ ਨਹੀਂ, ਇਹ ਸਾਰੇ ਮਤਾਂ ਦੇ ਵਿੱਚ ਨਾ ਪੈਰ ਪਸਾਰੇ ਇਸ ਭਰਮ ਨੇ। ਸਿੱਖ ਰਹਿਤ ਮਰਿਆਦਾ ਵਿੱਚ ਲਿਖਿਆ ਹੋਇਆ ਕਿ ਅੰਤਮ ਸੰਸਕਾਰ ਕਰਨ ਤੋਂ ਬਾਅਦ ਅਤੇ ਅੰਤਮ ਅਰਦਾਸ ਤੋਂ ਬਾਅਦ ਮਰ ਚੁੱਕੇ ਪ੍ਰਾਣੀ ਪ੍ਰਤੀ ਕੋਈ ਵੀ ਰਸਮ ਬਾਕੀ ਨਹੀਂ ਰਹਿੰਦੀ। ਅਸੀਂ ਸਾਰੀਆਂ ਕਰਦੇ ਹਾਂ। ਜਿੰਨਾ ਦੇਰ ਤੱਕ ਵਰੀਣਾ ਨਹੀਂ ਹੋ ਜਾਂਦਾ, ਅਸੀਂ ਹਰ ਮਹੀਨੇ 5 ਪਿਆਰਿਆਂ ਨੂੰ ਸੱਦ ਕੇ ਜਾਂ ਪੁਜਾਰੀ ਜਿਹੜੇ ਉਹਨੂੰ ਸੱਦ ਕੇ ਆਪਾਂ ਪ੍ਰਸ਼ਾਦਾ ਛਕਾਉਂਦੇ ਹਾਂ। ਆਪਾਂ ਸੋਚਦੇ ਹਾਂ ਕਿ ਉਹਨੂੰ ਛਕਾਇਆ ਹੋਇਆ ਜਿਹੜਾ ਪ੍ਰਸ਼ਾਦਾ ਉਹ ਮਰੇ ਜਿਹੜੇ ਲੋਕ ਆ ਉਹਨਾਂ ਕੋਲ ਪਹੁੰਚ ਜਾਂਦਾ, ਪਿੱਤਰਾਂ ਕੋਲ ਪਹੁੰਚ ਜਾਂਦਾ। ਮੰਜਾ ਦਿੰਦੇ ਹਾਂ, ਬਿਸਤਰਾ ਦਿੰਦੇ ਹਾਂ, ਜੋੜਾ ਦਿੰਦੇ ਹਾਂ। ਉਹ ਲੋਕ ਜਿਹੜਾ ਆਪਣਾ ਜੋੜੇ ਘਰ ਵਿੱਚ ਲਾ ਕੇ ਆਉਣਗੇ, ਪ੍ਰਾਣੀ ਨੂੰ ਦਾਨ ਕਰਨਗੇ ਅਤੇ ਬਿਸਤਰਿਆਂ ਭਾਂਡਿਆਂ ਸਮੇਤ ਤਾਬਿਆਂ 'ਤੇ ਜੋੜਾ ਲੈ ਕੇ ਆਉਣਗੇ। ਇਹਦੀ ਅਰਦਾਸ ਹੋ ਜੇ, ਇਹ ਕਿਤੇ ਰਹਿ ਨਾ ਜਾਏ, ਬਾਪੂ ਨੂੰ ਕਿਤੇ ਨੰਗੇ ਪੈਰੀ ਨਾ ਤੁਰਨਾ ਪੈ ਜੇ। ਹੋਰ ਵੇਖੋ, ਅੰਤਮ ਅਰਦਾਸ ਹੋਊਗੀ, ਸ਼ਰਾਧ ਕਰਾਏ ਜਾਣਗੇ। ਗੁਰੂ ਮਹਾਰਾਜ ਨਾ ਉਹਨਾਂ ਨੂੰ ਵੇਖ ਰਹੇ ਸੀ, ਉਹ ਬੰਦਾ ਕਿਵੇਂ ਪਿੰਡ ਦਾਨ ਕਰਾ ਕੇ ਹਵਨ ਕਰਨ ਤੋਂ ਬਾਅਦ ਉਹਦੇ ਜਿਹੜੇ ਪਰਿਵਾਰ ਦੇ ਕੋਲੋਂ ਨਾ ਮਿਸਗਾਈਡ ਕਰਕੇ ਕਿਵੇਂ ਧਰਮ ਦੇ ਨਾਂ 'ਤੇ ਕਿੱਡਾ ਵੱਡਾ ਜਿਹੜਾ ਭਰਮ ਫੈਲਾਇਆ ਜਾ ਰਿਹਾ, ਪੈਸਾ ਇਕੱਠਾ ਹੋ ਰਿਹਾ ਸੀ। ਸਤਿਗੁਰੂ ਕਹਿੰਦੇ ਨੇ ਤੂੰ ਧਰਮ ਦਾ ਪੁਜਾਰੀ ਹੈ, ਤੇਰਾ ਫਰਜ਼ ਬਣਦਾ ਕਿ ਇਹਨਾਂ ਨੂੰ ਸਹੀ ਤਰੀਕੇ ਨਾਲ ਜਾਣਕਾਰੀ ਦੇਣੀ ਕਿ ਮਰਨ ਤੋਂ ਬਾਅਦ ਕੋਈ ਰਸਮ ਜਿਹੜੀ ਉਹ ਬਾਕੀ ਨਹੀਂ ਰਹਿ ਜਾਂਦੀ।
ਮਿੱਟੀ ਮਿੱਟੀ 'ਚ ਸਮਾ ਜਾਂਦੀ ਆ। ਜੋ ਉਹਦਾ ਹੁਣ ਅਸੀਂ ਹੋ ਚੁੱਕਾ ਵਾ, ਤੁਸੀਂ ਜਾਓ ਆਪਣੇ ਘਰ ਨੂੰ। ਤੁਸੀਂ ਇਹ ਸੱਚੀ ਗੱਲ ਜੀ ਉਹਨੂੰ ਦੱਸਦੇ, ਫਿਰ ਤੇ ਧਰਮ ਦਾ ਪੁਜਾਰੀ ਠੀਕ ਸੀ। ਲੋਕਾਂ ਨੂੰ ਜਿਹੜਾ ਮਿਸਗਾਈਡ ਕਰਦੇ ਨਾ ਤੁਸੀਂ, ਇਹ ਗਲਤ ਆ। ਉਹ ਕਹਿੰਦਾ ਮੈਂ ਨਹੀਂ ਕਰਦਾ, ਮੇਰੇ ਕੋਲ ਕਲਯੁੱਗ ਕਰਵਾ ਰਿਹਾ। ਕਹਾਣੀਆਂ ਪਾਉਂਦੇ ਆ ਨਾ ਲੋਕ ਵੀ ਜੇ ਉਹ ਕਹਿੰਦੇ ਪਾਠ ਕਰ ਲਓ, ਆਪਾਂ ਕਹਿੰਦੇ ਕਲਯੁੱਗ ਦਾ ਜ਼ਮਾਨਾ ਜੀ, ਕਿੱਥੇ ਹੁੰਦਾ। ਅੰਮ੍ਰਿਤ ਛਕ ਲਓ, ਕਲਯੁੱਗ ਦਾ ਜ਼ਮਾਨਾ ਜੀ। ਗੁਰਦੁਆਰੇ ਨਹੀਂ ਜਾਂਦੇ, ਕਲਯੁੱਗ ਦਾ ਜ਼ਮਾਨਾ ਜੀ। ਜਦੋਂ ਆਪਾਂ ਕਲੱਬਾਂ ਪੱਬਾਂ ਵਿੱਚ ਜਾਂਦੇ ਹਾਂ, ਉੱਥੇ ਕਲਯੁੱਗ ਨਹੀਂ ਚੇਤੇ ਹੁੰਦਾ ਆਪਾਂ ਨੂੰ। ਥੀਏਟਰ ਵਿੱਚ ਮੂਵੀ ਵੇਖਣੀ ਹੋਵੇ, ਉੱਥੇ ਕਲਯੁੱਗ ਨਹੀਂ ਚੇਤੇ ਹੁੰਦਾ। ਕਲਯੁੱਗ ਕਿੱਥੇ ਕਰਨ ਚੇਤੇ ਹੁੰਦਾ? ਜਦੋਂ ਧਰਮ ਦਾ ਕੰਮ ਕਰਨਾ ਹੋਵੇ, ਬਾਣੀ ਪੜ੍ਹਨੀ ਹੋਵੇ, ਗੁਰਦੁਆਰੇ ਜਾਣਾ ਹੋਵੇ, ਉਦੋਂ ਕਲਯੁੱਗ ਚੇਤੇ ਆ ਜਾਂਦਾ। ਕਿ ਅਸੀਂ ਇਹ ਜਿਹੜਾ ਨਾ ਬਹਾਨਾ ਘੜ ਲਿਆ ਕਿ ਸਾਨੂੰ ਕੋਈ ਕੰਮ ਕਰਨਾ ਨਾ ਪਵੇ, ਉਹਦੇ ਵਿਚਕਾਰ ਇੱਕ ਚੀਜ਼ ਖੜੀ ਕੀਤੀ, ਉਹਦਾ ਨਾਂ ਸੀ ਕਲਯੁੱਗ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਬਾਣੀ ਪੜ੍ਹਨ ਲੱਗਿਆ ਨਾ, ਇਹ ਕਲਯੁੱਗ ਨਹੀਂ ਹੈਗਾ। ਬਾਣੀ ਨਹੀਂ ਪੜ੍ਹਦੇ, ਇਹ ਕਲਯੁੱਗ ਹੈਗਾ। ਇੱਕ ਘੜੀ ਨਾ ਮਿਲਤੇ ਤਾਂ ਕਲਯੁੱਗ ਹੋਤਾ। ਕਲਯੁੱਗ ਦਾ ਅਰਥ ਕੀ ਆ? ਬੰਦੇ ਦੀ ਮਾੜੀ ਸੋਚ। ਬੰਦੇ ਦੀ ਜਿਹੜੀ ਮਾੜੀ ਸੋਚ ਹੈ, ਇਹਨੂੰ ਕਲਯੁੱਗ ਆਖਿਆ ਗਿਆ। ਸਤਿਗੁਰੂ ਜੀ ਲਾਹੌਰ ਦੇ ਬੰਦ ਵਿੱਚ ਕਹਿੰਦੇ ਆ ਕਿ ਭਾਈ ਕਲਯੁੱਗ ਨਾਂ ਦੇ ਕੋਈ ਚੀਜ਼ ਨਹੀਂ, ਜੀਵਨ ਤਲਬ ਨਿਵਾਰ। ਆਪਣੀ ਜਿਹੜੀ ਖੁਦਗਰਜੀ ਆ ਉਹਨੂੰ ਛੱਡ ਦੇ। ਖੁਦਗਰਜੀ ਜਿਹੜੀ ਮਤਲਬ ਵੀ ਸਵਾਰਥ ਛੱਡ ਦੇ। ਆਪਣੀ ਸੈਲਫਿਸ਼ ਜਿਹੜੀ ਆ ਉਹ ਛੱਡ ਦੇ। ਸੈਲਫਿਸ਼ ਜਿਹੜਾ ਇਹ ਸਭ ਤੋਂ ਵੱਡਾ ਕਲਯੁੱਗ ਆ। ਤੇਰੀ ਜਿਹੜੀ ਸੈਲਫਿਸ਼ ਆ ਨਾ, ਇਹ ਸਭ ਤੋਂ ਵੱਡਾ ਕਲਯੁੱਗ ਆ। ਕਲਯੁੱਗ ਦਾ ਕੋਈ ਸਮਾਂ ਨਹੀਂ। ਤ੍ਰੇਤਾ ਦੁਆਪਰ ਜਿਹੜਾ ਇਹ ਸੋਚ ਆ ਬੰਦੇ ਦੀ। ਜਿਹੜੇ ਕਹਿੰਦੇ ਆ ਨਾ ਕਿ ਸਾਰਾ ਜ਼ਮਾਨਾ ਕਲਯੁੱਗ ਦਾ, ਉਹ ਇਹ ਵੀ ਵੇਖਣ ਕਿ ਇਸੇ ਜ਼ਮਾਨੇ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਪੈਦਾ ਹੋਏ ਅਤੇ ਕਿੰਨੇ ਉੱਚੇ ਜੀਵਨ ਦੇ ਉਹ ਮਾਲਕ ਸੀ। ਆਪਾਂ ਉਹਨਾਂ ਨੂੰ ਅਵਤਾਰ ਕਹਿੰਦੇ ਹਾਂ। ਇਸੇ ਸਮੇਂ ਦੇ ਵਿੱਚ ਸਾਡੇ ਜਿਹੜੇ ਮਹਾਨ ਰਿਸ਼ੀ ਹੋਏ ਆ, ਉਹਨਾਂ ਦੇ ਬੰਦ ਕੱਟੇ ਗਏ, ਦੇਗਾਂ ਵਿੱਚ ਉਬਾਲੇ ਗਏ। ਬੰਦਾ ਸਿੰਘ ਬਹਾਦਰ ਦੇ ਜਿਹੜਾ ਪੁੱਤਰ ਦਾ ਕਲੇਜਾ ਕੱਢ ਕੇ ਉਹਦੇ ਮੂੰਹ 'ਚ ਪਾਇਆ ਗਿਆ। ਛੋਟੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣ ਦਿੱਤਾ ਗਿਆ। ਉਹਨਾਂ ਵਾਸਤੇ ਕਲਯੁੱਗ ਨਹੀਂ ਸੀ? ਐਡੇ ਉੱਚੇ ਕਿਰਦਾਰ ਦੇ ਮਾਲਕ ਸੀ ਉਹ। ਅਸੀਂ ਕੋਈ ਗੱਲ ਕਰਦੇ ਹਾਂ, ਸਾਡੇ ਵਿੱਚ ਪਹਿਲਾਂ ਕਲਯੁੱਗ ਆ ਜਾਂਦਾ। ਸਾਹਿਬ ਜੀ ਨੇ ਆਖਿਆ, ਤੂੰ ਸੈਲਫਿਸ਼ ਹੈ। ਜੀਵਨ ਤਲਬ ਨਿਵਾਰ, ਹੋਵੇ ਪ੍ਰਵਾਣਾ, ਕਰੇ ਧਿਆਣਾ, ਕੱਲ ਲਖਣ ਵਿਚਾਰ। ਕਲਯੁੱਗ ਦੀ ਡੈਫੀਨੇਸ਼ਨ ਕੀ ਹੈ? ਜਦੋਂ ਤਾਕਤਵਰ ਬੰਦਾ ਜਿਹੜਾ ਉਹ ਕਮਜ਼ੋਰ ਬੰਦਿਆਂ ਦੇ ਉੱਤੇ ਆਪਣੀ ਤਾਕਤ ਦਾ ਗਲਤ ਇਸਤੇਮਾਲ ਕਰਦਾ ਨਾ, ਉਹ ਕਲਯੁੱਗ ਆ। ਮੇਰੇ ਕੋਲ ਤਾਕਤ ਆ, ਚੰਗੀ ਚੀਜ਼ ਆ। ਤਾਕਤ ਕੀ ਆ? ਇੱਕ ਅੰਮ੍ਰਿਤ। ਤੁਹਾਡੇ ਅੰਦਰ ਦੀ ਤਾਕਤ ਜਿਹੜੀ ਆ ਉਹ ਤੁਹਾਡਾ ਅੰਮ੍ਰਿਤ ਆ। ਜੇ ਤੁਸੀਂ ਕਿਸੇ ਗਰੀਬ ਬੰਦੇ ਨੂੰ ਬਲੈਕਮੇਲ ਕਰਦੇ ਹੋ ਨਾ, ਧੱਕਾ ਕਰਦੇ ਹੋ, ਤੁਹਾਡਾ ਅੰਮ੍ਰਿਤ ਜਿਹੜਾ ਉਹ ਜ਼ਹਿਰ ਬਣ ਜਾਏਗਾ। ਪਰ ਉਹੀ ਜਿਹੜਾ ਤੁਸੀਂ ਮਾੜੇ ਬੰਦੇ ਨਾਲ ਕਰੋ, ਉਹਦੀ ਹਵਾ ਵੱਲ ਕੋਈ ਜਿਹੜੀ ਅੱਧ ਚੁੱਕ ਕੇ ਨਹੀਂ ਵੇਖ ਸਕਦਾ ਜੇ ਤੁਸੀਂ ਉਹਦੇ ਨਾਲ ਖੜੋ ਮਾੜੇ ਬੰਦੇ ਦੇ। ਇਹ ਕੀ ਆ? ਅੰਮ੍ਰਿਤ ਆ। ਹਜ਼ੂਰ ਕੀ ਆ? ਤੂੰ ਕੀ ਆ? ਆਪਣੀ ਤਾਕਤ ਜਿਹੜਾ ਗਲਤ ਇਸਤੇਮਾਲ ਕਰਦਾ। ਹੋਏ ਕਰਵਾਣਾ, ਕਰੇ ਧਿਆਣਾ। ਮਾਲਕ ਨੇ ਸੋਝੀ ਬਖਸ਼ੀ ਆ, ਤੇਰਾ ਕੰਮ ਸੀ ਲੋਕਾਂ ਨੂੰ ਅਵੇਅਰ ਕਰਨਾ, ਲੋਕਾਂ ਨੂੰ ਖੂਹ 'ਚ ਸੁੱਟਣਾ। ਇਹ ਗਲਤ ਗੱਲ ਆ। ਹਨੇਰੇ ਖੂਹ 'ਚ ਜਿਹੜਾ ਧੱਕਾ ਦੇ ਰਿਹਾ ਨਾ ਤੂੰ, ਇਹ ਗਲਤ ਗੱਲ ਆ ਵੀ ਸਾਰਾ ਕੁਛ ਮੈਨੂੰ ਦੇ ਦਿਓ, ਮਰ ਚੁੱਕੇ ਪ੍ਰਾਣੀ ਦੇ ਨਿਮਿੱਤ ਬਿਸਤਰਾ ਦੇ ਦਿਓ, ਮੰਜਾ ਦੇ ਦਿਓ। ਇਹ ਕੀ ਹੈ? ਗਲਤ ਆ। ਮਹਾਰਾਜ ਕਹਿੰਦੇ ਨੇ, ਜੇ ਤੂੰ ਇਹ ਕਹਿੰਦੇ ਨਾ ਵੀ ਸੋਈ ਚੰਦ ਚੜ੍ਹੇ ਸਿਤਾਰੇ, ਚੰਦਰਮਾ ਤਾਂ ਉਹੀ ਆ, ਚੰਦਰਮਾ ਥੋੜ੍ਹਾ ਬਦਲਿਆ, ਤਾਰੇ ਵੀ ਉਹੀ ਆ। ਜੇ ਕਲਯੁੱਗ, ਤ੍ਰੇਤਾ, ਦੁਆਪਰ ਇਹ ਵੱਖੋ ਵੱਖਰੇ ਸਮੇਂ ਆ, ਅਤੇ ਚੰਦਰਮਾ ਬਦਲਣਾ ਚਾਹੀਦਾ ਸੀ, ਸੂਰਜ ਬਦਲਣਾ ਚਾਹੀਦਾ ਸੀ, ਤਾਰੇ ਬਦਲਣੇ ਚਾਹੀਦੇ ਸੀ। ਤਾਰੇ ਵੀ ਉਹੀ ਆ, ਸੂਰਜ ਵੀ ਉਹੀ ਆ, ਚੰਦਰਮਾ ਵੀ ਉਹੀ ਆ। ਸੂਰਜ ਵੀ ਉਸੇ ਤਰ੍ਹਾਂ ਮੱਘ ਰਿਹਾ, ਚੰਦਰਮਾ ਵੀ ਉਵੇਂ ਚਮਕ ਰਿਹਾ। ਜਦੋਂ ਦਾ ਸੰਸਾਰ ਬਣਿਆ ਨਾ, ਜਿਉਂ ਦਾ ਤਿਉਂ ਹੀ ਆ, ਸੰਸਾਰ ਨਹੀਂ ਬਦਲਿਆ। ਹਜ਼ੂਰ ਕਹਿੰਦੇ, ਸਾ ਧਰਤੀ ਸੋ ਪਹੁੰਚ ਲਾਰੇ। ਧਰਤੀ ਵੀ ਉਹੀ ਆ, ਧਰਤੀ ਵੀ ਨਹੀਂ ਬਦਲੀ। ਸਾਹਿਬ ਜੀ ਕਹਿੰਦੇ ਨੇ, ਪਵਨ ਵੀ ਉਹੀ ਆ, ਹਵਾ ਵੀ ਉਹੀ ਝੁੱਲ ਰਹੀ ਆ। ਜੁਗ ਜੀ ਸੋ ਖੇਲੇ ਸੋ ਥਾਨ ਕੈਸੇ। ਜਿੰਨੇ ਵੀ ਜੀ ਆ, ਕਲਯੁੱਗ ਦਾ ਪ੍ਰਭਾਵ ਜਿਹੜਾ ਉਹ ਜੀਆਂ ਦੇ ਮਨਾਂ ਵਿੱਚ ਖੇਡਦਾ ਵਾ। ਇਹ ਕਿਸੇ ਥਾਂ 'ਤੇ ਖਾਸ ਜਗ੍ਹਾ 'ਤੇ ਨਹੀਂ ਬੈਠਾ ਹੋਇਆ। ਸਪੇਸ ਦੇ ਵਿੱਚ ਕਲਯੁੱਗ ਨਹੀਂ ਹੈਗਾ। ਮਹਾਰਾਜ ਕਹਿੰਦੇ ਨੇ, ਕਿਸੇ ਦੇਸ਼ ਨਾ ਆਇਆ ਸੁਣੀਏ। ਕਿਸੇ ਨੇ ਸੁਣਿਆ ਕਦੇ ਕਿ ਕਿਸੇ ਖਾਸ ਤੀਰਥ 'ਤੇ ਕਲਯੁੱਗ ਬੈਠਾ ਹੋਵੇ, ਕਿਸੇ ਖਾਸ ਦੇਸ਼ ਵਿੱਚ ਕਲਯੁੱਗ ਬੈਠਾ ਹੋਵੇ? ਨਹੀਂ। ਉਹ ਕਿਤੇ ਵੀ, ਕਿਸੇ ਵੀ ਥਾਂ ਦੇ ਵਿੱਚ, ਕਿਸੇ ਵੀ ਬੰਦੇ ਦੇ ਮਨ ਵਿੱਚ ਹੋ ਸਕਦਾ। ਕਲਯੁੱਗ ਜਿਹੜਾ ਉਹ ਮਨ ਦੇ ਵਿੱਚ ਆ, ਜਗ੍ਹਾ ਦੇ ਵਿੱਚ ਨਹੀਂ ਆ।
ਕਲਯੁਗ ਕੀ ਆ, ਬੰਦੇ ਦੀ ਮਾੜੀ ਸੋਚ। ਇਹ ਕਲਯੁਗ ਆ, ਬੰਦੇ ਦਾ ਸੁਭਾਅ ਹੀ ਕਲਯੁਗ ਆ। ਉਹ ਕਿਸੇ 'ਚ ਵੀ ਹੋ ਸਕਦਾ। ਉਸ ਦੀ ਕੋਈ ਹੱਦਬੰਦੀ ਨਹੀਂ ਹੈਗੀ, ਉਹਦੀ ਕੋਈ ਲਿਮਿਟ ਨਹੀਂ ਹੈਗੀ ਕਿ ਉਹ ਇੰਡੀਆ 'ਚ ਹੋਏਗਾ ਜਾਂ USA 'ਚ ਹੋਏਗਾ ਜਾਂ ਕਨੇਡਾ 'ਚ ਹੋਏਗਾ। ਇਹ ਕਿਤੇ ਵੀ ਪੈਦਾ ਹੋ ਸਕਦਾ, ਕਿਸੇ ਵੀ ਬੰਦੇ ਦੇ ਅੰਦਰ ਪੈਦਾ ਹੋ ਸਕਦਾ। ਕਿਤੇ ਦੇਸ ਨਾ ਆਇਆ ਸੁਣੀਏ ਤੀਰਥ ਪਾਸ ਨਾ ਬੈਠਾ। ਹਜ਼ੂਰ ਕਹਿੰਦੇ ਨੇ ਦਾਤਾ ਦਾਤ ਕਰੇ ਸੇ ਨਾਈ। ਸੰਸਾਰ ਦੇ ਵਿੱਚ ਬਹੁਤ ਸਾਰੇ ਐਸੇ ਬੰਦੇ ਆ ਜੋ ਦਾਨ ਕਰਦੇ ਆ, ਉਹਨਾਂ ਦੇ ਵਿੱਚ ਤਾਂ ਕਲਯੁਗ ਹੈ ਨਹੀਂ। ਫਿਰ ਆਪਣੀ ਮਿਹਨਤ ਕਰਦੇ ਆ, ਦਸਵੰਧ ਕੱਢਦੇ ਆ, ਦਾਨ ਕਰਦੇ ਆ, ਕਿਸੇ ਗਰੀਬ ਬੱਚੇ ਦੀ ਫੀਸ ਭਰਦੇ ਆ, ਕਿਸੇ ਨੂੰ ਯੂਨੀਫਾਰਮ ਲੈ ਕੇ ਦੇ ਰਹੇ ਆ, ਕਿਸੇ ਦੇ ਦੁੱਖ ਦਰਦ ਦੇ ਵਿੱਚ ਉਹਦੀ ਹੈਲਪ ਕਰਦੇ ਆ। ਉਹ ਵੀ ਇਸੇ ਜ਼ਮਾਨੇ 'ਚ ਪੈਦਾ ਹੋਏ। ਉਹਨਾਂ ਦੇ ਵਾਰੀ ਕਲਯੁਗ ਕਿੱਥੇ ਗਿਆ? ਦਾਤਾ ਦਾਨ ਕਰੇ ਤੇ ਨਾਹੀਂ, ਮਹਿਲ ਉਸਾਰ ਨਾ ਬੈਠਾ। ਉਹ ਕਿਸੇ ਖਾਸ ਥਾਂ 'ਤੇ ਕੋਈ ਬੰਗਲਾ ਪਾ ਕੇ ਜਾਂ ਮਹਿਲ ਉਸਾਰ ਕੇ ਨਹੀਂ ਬੈਠਾ ਹੋਇਆ। ਬੰਦੇ ਦੇ ਅੰਦਰ ਨੈਗੇਟਿਵਿਟੀ ਆ ਜਾਏ ਤੇ ਚੰਗਾ ਭਲਾ ਬੰਦਾ ਵੀ ਜਿਹੜਾ ਉਹ ਸ਼ੈਤਾਨ ਬਣ ਜਾਂਦਾ, ਉਹਦੇ ਅੰਦਰ ਕਲਯੁਗ ਆ ਜਾਂਦਾ। ਬਾਦਸ਼ਾਹ ਜੀ ਕਹਿੰਦੇ ਨੇ ਜੇ ਕੋ ਸਤ ਕਰੇ ਸੋ ਸਿੱਜੇ, ਤਪ ਕਰ ਤਪ ਨਾ ਹੋਈ। ਜੇ ਕੋਈ ਮਨੁੱਖ ਆਪਣਾ ਕਿਰਦਾਰ ਉੱਚਾ ਬਣਾਉਣਾ ਚਾਹੁੰਦਾ ਤੇ ਉਹ ਲੋਕਾਂ ਦੀਆਂ ਨਜ਼ਰਾਂ 'ਚ ਕੀ ਆ, ਗਿਰ ਜਾਂਦਾ। ਕੋਸ਼ਿਸ਼ ਉਹਨੇ ਕੀਤੀ ਫਿਰ ਮੈਂ ਕਿਰਦਾਰ ਉੱਚਾ ਬਣਾਵਾਂ, ਗਲਤੀ ਉਹਦੇ ਕੋਲ ਐਸੀ ਹੋ ਗਈ ਕਿ ਉਹ ਲੋਕਾਂ ਦੀਆਂ ਨਜ਼ਰਾਂ 'ਚ ਡਿੱਗ ਪਿਆ। ਜੇ ਕੋ ਸਤ ਕਰੇ ਸੋ ਛਿਜੇ, ਤਪ ਕਰ ਤਪ ਨਾ ਹੋਈ। ਜਿਹੜਾ ਬੰਦਾ ਤਪੀ ਹੋਣ ਦਾ ਦਾਅਵਾ ਕਰਦਾ ਨਾ, ਮੇਰੀਆਂ ਇੰਦਰੀਆਂ ਕੰਟਰੋਲ 'ਚ, ਉਹ ਕੰਟਰੋਲ 'ਚ ਨਾ ਰਹੀਆਂ, ਇਹੀ ਕਲਯੁਗ ਆ। ਬੰਦਾ ਆਪਣੇ ਕਿਰਦਾਰ ਨੂੰ ਤੇ ਆਪਣੀਆਂ ਇੰਦਰੀਆਂ ਨੂੰ ਕਾਬੂ 'ਚ ਨਹੀਂ ਰੱਖ ਸਕਦਾ, ਇਹ ਕਲਯੁਗ ਆ। ਧਰਮ ਦਾ ਬਾਣਾ ਪਾ ਕੇ ਬੰਦਾ ਆਖੇ ਕਿ ਮੈਂ ਬੜਾ ਧਰਮੀ ਹੋ ਗਿਆ। ਹਜ਼ੂਰ ਕਹਿੰਦੇ ਜੇ ਤੇਰਾ ਵੇਖਣ ਦਾ ਤਰੀਕਾ ਹੀ ਸਹੀ ਨਹੀਂ ਆ ਤੇ ਤੂੰ ਸਹੀ ਨਹੀਂ ਆ, ਤੂੰ ਕਲਯੁਗ ਆ। ਜੇ ਤੇਰੇ ਬੋਲਣ ਦਾ ਤਰੀਕਾ ਸਹੀ ਨਹੀਂ ਆ, ਤੂੰ ਕਲਯੁਗ ਆ। ਤੂੰ ਦਾਅਵੇ ਬੜੇ ਕੀਤੇ, ਤੇਰੇ ਦਾਅਵੇ ਜਿਹੜੇ ਖੋਖਲੇ ਨਿਕਲੇ, ਇਹ ਕਲਯੁਗ ਆ। ਤੂੰ ਕਿਹਾ ਕੁਛ ਹੋਰ, ਕੀਤਾ ਕੁਛ ਹੋਰ, ਇਹ ਕਲਯੁਗ ਆ। ਜੇ ਕੋ ਸਤ ਕਰੇ ਸੋ ਸਿਜੈ, ਤਪ ਕਰ ਤਪ ਨਾ ਹੋਈ। ਇੰਦਰੀਆਂ ਵਸ ਕਰਨ ਦੀ ਗੱਲ ਕੀਤੀ ਪਰ ਇੰਦਰੀਆਂ ਵਸ ਨਹੀਂ ਹੋਈਆਂ, ਇਹ ਕੀ ਆ, ਇਹ ਕਲਯੁਗ ਆ। ਜਦੋਂ ਅਸੀਂ ਗੁਰਬਾਣੀ ਦਾ ਇਹ ਵਾਕ ਪੜ੍ਹਦੇ ਹਾਂ, ਜਾਗ ਲਿਓ ਮਨ ਜਾਗ ਰੇ ਕਹਾਂ ਗਾਫਲ ਸੋਇਆ। ਤੁਸੀਂ ਵੇਖੋ ਕਿ ਬੰਦਾ ਰਾਤ ਨੂੰ ਆਪਣੇ ਮੰਜੇ ਤੋਂ ਉੱਠਿਆ, ਕਈਆਂ ਨੂੰ ਨਾ ਨੀਂਦ ਵਿੱਚ ਚੱਲਣ ਦੀ ਆਦਤ ਹੁੰਦੀ ਆ। ਉਹ ਨੀਂਦ ਵਿੱਚ ਉੱਠਿਆ, ਉਹਨੇ ਆਪਣਾ ਜੋ ਵੀ ਚੱਪਲਾਂ ਸੀ, ਜੁੱਤੀ ਸੀ, ਉਹ ਪਾਈ, ਦਰਵਾਜ਼ੇ ਦਾ ਕੁੰਡਾ ਖੋਲ੍ਹਿਆ ਅਤੇ ਗਲੀ 'ਚ ਚਲਾ ਗਿਆ ਅਤੇ ਗਲੀ 'ਚ ਜਾ ਕੇ ਘੁੰਮਣ ਲੱਗ ਪਿਆ। ਹਾਲਾਂਕਿ ਉਹਨੇ ਜੋੜਾ ਵੀ ਆਪ ਪਾਇਆ, ਕੁੰਡੀ ਵੀ ਆਪ ਖੋਲ੍ਹੀ ਅਤੇ ਉਹ ਗਲੀ 'ਚ ਫੇਰਿਆ। ਕੋਈ ਬਾਹਰ ਤੁਰਿਆ ਫਿਰਦਾ ਸੀ, ਉਹਨੇ ਉਹਨੂੰ ਫੜ ਕੇ ਜ਼ੋਰ ਦੀ ਹਿਲਾਉਣਾ। ਜਿਹੜਾ ਸਵਾਲ ਅਗਲੇ ਨੇ ਕਰਨਾ ਸੀ ਨਾ ਵੀ ਤੂੰ ਇੱਥੇ ਕੀ ਕਰਦਾ, ਉਹ ਬੰਦਾ ਜਿਹੜਾ ਨੀਂਦ ਵਿੱਚ ਚੱਲਣ ਵਾਲਾ ਨਾ, ਉਹਨੂੰ ਕਹਿੰਦਾ ਕਿ ਮੈਂ ਇੱਥੇ ਕਿੱਦਾਂ ਆ ਗਿਆ। ਹੁਣ ਵੇਖੋ ਦੋ ਪੱਖ ਆ, ਉਹਦਾ ਅਚੇਤ ਮਨ ਅਤੇ ਉਹਦਾ ਸੁਚੇਤ ਮਨ। ਜਿਹੜਾ ਅਚੇਤ ਮਨ ਸੀ ਉਹ ਉਹਨੂੰ ਉਠਾ ਕੇ ਜੁੱਤੀ ਪੈਰੀ ਪਵਾ ਕੇ ਦਰਵਾਜ਼ੇ ਦੀ ਕੁੰਡੀ ਖੋਲ੍ਹ ਕੇ ਅਤੇ ਗਲੀ ਦੇ ਵਿੱਚ ਲੈ ਆਇਆ। ਉਹ ਬੰਦਾ ਕਹਿੰਦਾ ਮੈਂ ਇੱਥੇ ਹਾਜ਼ਰ ਹੀ ਨਹੀਂ ਸੀ। ਸੁਚੇਤ ਮਨ ਕਹਿੰਦਾ ਕਿ ਮੈਂ ਹਾਜ਼ਰ ਹੀ ਨਹੀਂ ਸੀ। ਜਦੋਂ ਹਿਲਾਉਣਿਆ ਉਦੋਂ ਪਤਾ ਲੱਗਾ ਕਿ ਮੈਂ ਇੱਥੇ ਸੀ। ਉਹਨੂੰ ਪਤਾ ਸੀ ਪਰ ਉਹਨੂੰ ਪਤਾ ਵੀ ਨਹੀਂ ਸੀ, ਇਹ ਦੋਵੇਂ ਚੀਜ਼ਾਂ ਆਈਆਂ। ਇਹ ਆ ਉਹਦੇ ਅਚੇਤ ਅਤੇ ਅਚੇਤ ਮਨ। ਜਦੋਂ ਆਪਾਂ ਕਿਸੇ ਵੱਲ ਵੇਖਦੇ ਹਾਂ, ਮੇਰਾ ਮਨ ਕਹਿ ਰਿਹਾ ਹੁੰਦਾ ਕਿ ਇਹ ਤੇਰਾ ਵੇਖਣ ਦਾ ਨਜ਼ਰੀਆ ਸਹੀ ਨਹੀਂ ਹੈਗਾ, ਪਰ ਆਪਾਂ ਉਦੋਂ ਤੱਕ ਹਟਦੇ ਨਹੀਂ ਹਾਂ ਜਦੋਂ ਕੋਈ ਸਾਨੂੰ ਸਾਹਮਣੇ ਟੋਕ ਨਹੀਂ ਦਿੰਦਾ ਕਿ ਤੇਰੀਆਂ ਨਜ਼ਰਾਂ ਗਲਤ ਆ। ਇਸੇ ਨੂੰ ਆਖਿਆ ਜਾਗ ਰੇ ਮਨ ਨਾ ਜਾਗ ਰੇ ਕਹਾਂ ਗਾਫਲ ਸੋਇਆ। ਤੂੰ ਸੁੱਤਾ ਆ, ਅਵੇਅਰ ਨਹੀਂ ਹੈਗਾ। ਤੇਰਾ ਮਨ ਤੈਨੂੰ ਸੁਚੇਤ ਕਰ ਰਿਹਾ ਸੀ ਪਰ ਤੂੰ ਨਹੀਂ ਹਟਿਆ। ਇੱਕ ਵਾਰੀ ਤੂੰ ਗਲਤ ਕੰਮ ਕੀਤਾ, ਮਨ ਨੇ ਆਖਿਆ ਵੀ ਇੱਦਾਂ ਨਹੀਂ ਕਰਨਾ, ਫੜਿਆ ਜਾਏਗਾ। ਫਿਰ ਮਨ 'ਚ ਆਇਆ ਕਿ ਚੱਲ ਅੱਗੇ ਵੀ ਤਾਂ ਕੀਤੀ ਆ, ਫਿਰ ਕੀ ਹੋ ਗਿਆ, ਉਦੋਂ ਕੀ ਹੋ ਗਿਆ। ਉਨੀ ਦੇਰ ਤੱਕ ਹਟਿਆ ਨਹੀਂ ਜਦੋਂ ਤੱਕ ਸਜ਼ਾ ਨਹੀਂ ਮਿਲੀ। ਕ੍ਰੋਧ ਪਹਿਲਾਂ ਵੀ ਕਰਦਾ ਸੀ, ਉਨੀ ਦੇਰ ਤੱਕ ਕ੍ਰੋਧ ਕਰਨੋਂ ਨਹੀਂ ਹਟਿਆ ਜਦੋਂ ਤੱਕ ਅਗਲਿਆਂ ਨੇ ਅੱਗੋਂ ਹਿਲਾਉਣਿਆ ਨਹੀਂ। ਇਹ ਜਾਗਣਾ ਵਾ, ਸੁਚੇਤ ਹੋ ਜਾਣਾ, ਆਪਣੇ ਆਪ ਨੂੰ ਪਹਿਚਾਨਣਾ, ਜਿਹੜਾ ਇਹੀ ਜਾਗਣਾ। ਅਸੀਂ ਅਚੇਤ ਮਨ ਨਾਲ ਬਹੁਤ ਕੁਝ ਕਰਦੇ ਹਾਂ ਪਰ ਸੁਚੇਤ ਹੋਣ ਦੀ ਕੋਸ਼ਿਸ਼ ਹੀ ਨਹੀਂ ਕਰਦੇ।
ਸਾਹਿਬ ਕਹਿੰਦੇ ਨੇ, ਜੇ ਕੋ ਸਤ ਕਰੇ ਸੋ ਸੀਜੇ, ਤਪ ਕਰ ਤਪ ਨਾ ਹੋਈ। ਇੰਦਰੀਆਂ ਵਸ ਕਰਨ ਦੇ ਦਾਅਵੇ ਕੀਤੇ ਖੋਖਲੇ, ਧਰਮੀ ਬਣਨ ਦੇ ਦਾਅਵੇ ਕੀਤੇ ਖੋਖਲੇ। ਕੰਨ ਅੱਜ ਵੀ ਮਾੜਾ ਸੁਣਦੇ ਨੇ, ਜ਼ੁਬਾਨ ਅੱਜ ਵੀ ਮਾੜਾ ਬੋਲਦੀ ਆ, ਅੱਖਾਂ ਅੱਜ ਵੀ ਮਾੜਾ ਤੱਕਦੀਆਂ ਨੇ। ਸਾਹਿਬ ਨੇ ਆਖਿਆ ਕਿ ਜੇ ਕੋਈ ਰੱਬ ਦਾ ਨਾਂ ਲੈਣ ਦੀ ਕੋਸ਼ਿਸ਼ ਕਰਦਾ ਨਾ, ਉਲਟਾ ਉਹ ਬਦਨਾਮ ਹੋ ਜਾਂਦਾ। ਪ੍ਰੋਸੈਸ ਜਿਹੜਾ ਕੰਪਲੀਟ ਨਹੀਂ ਹੁੰਦਾ, ਇਹੀ ਕਲਯੁਗ ਦੀ ਨਿਸ਼ਾਨੀ ਆ। ਕਲ ਕੇ ਲੱਛਣ ਇਹੀ ਕੀ ਆ? ਕਲ ਕੇ ਲੱਛਣ, ਕਲਯੁਗ ਦੇ ਲੱਛਣ ਕੀ ਆ? ਬੰਦਾ ਜੋ ਕਰਨਾ ਚਾਹੁੰਦਾ ਉਹ ਕਰ ਨਹੀਂ ਪਾਉਂਦਾ। ਜਿਸ ਸਿਕਦਾਰੀ ਤਿਸੇ ਖੁਆਰੀ, ਚਾਕਰ ਕਹਿ ਡਰਨਾ। ਪਰ ਇਹ ਖੁਦਗਰਜੀ ਜਿਹੜੀ ਆ ਨਾ, ਖੁਦਗਰਜੀ, ਕਮਜ਼ੋਰਾਂ ਉੱਤੇ ਧੱਕਾ ਕਰਨਾ, ਇਹ ਸੁਖੀ ਜੀਵਨ ਦਾ ਮਕਸਦ ਨਹੀਂ ਹੈਗਾ। ਜਿਸ ਮਨੁੱਖ ਨੂੰ ਦੂਜਿਆਂ 'ਤੇ ਸਰਦਾਰੀ ਮਿਲਦੀ ਆ ਨਾ, ਉਹੀ ਕਮਜ਼ੋਰ ਲੋਕਾਂ 'ਤੇ ਧੱਕਾ ਕਰਦਾ। ਉਹਦੀ ਨਾ ਇਹ ਧੱਕੇ ਕਾਰਨ ਦੁਰਗਤੀ ਹੁੰਦੀ ਆ। ਖੁਆਰੀ, ਕਿਸੇ ਖੁਆਰੀ, ਚਾਕਰ ਹੱਥੋਂ ਡਰਨਾ। ਕਿਸੇ ਨੂੰ ਨਾ ਦੁਰਗਤੀ ਤੋਂ ਖਤਰਾ ਨਹੀਂ ਹੁੰਦਾ। ਜਦੋਂ ਸਰਦਾਰ ਦੇ ਗਲ 'ਚ ਫਾਹਾ ਪੈਂਦਾ ਨਾ, ਉਹ ਨੌਕਰਾਂ ਦੇ ਹੱਥੋਂ ਹੀ ਮਰਦਾ। ਜਦੋਂ ਬੰਦਾ ਮਰਦਾ, ਉਹਨੂੰ ਕੌਣ ਮਰਾਉਂਦਾ? ਬੰਦੇ ਦੀਆਂ ਆਦਤਾਂ ਹੀ ਬੰਦੇ ਨੂੰ ਮਰਾਉਂਦੀਆਂ। ਉਹਦੇ ਮਾੜੇ ਐਬ, ਉਹਦੇ ਗੁਨਾਹ ਹੀ ਬੰਦੇ ਨੂੰ ਜਿਹੜੇ ਆ ਉਹ ਮਰਾਉਂਦੇ ਆ। ਇੱਥੇ ਨੌਕਰ ਕਿਹਨੂੰ ਆਖਿਆ? ਬੰਦੇ ਦੇ ਮਾੜੇ ਐਬ ਨੂੰ। ਮੈਂ ਜਦੋਂ ਕਿਸੇ ਸਿਚੁਏਸ਼ਨ ਦੇ ਵਿੱਚ, ਕਿਸੇ ਕੰਪਲੀਕੇਟ ਮਸਲੇ 'ਚ ਫਸ ਜਾਂਦਾ ਨਾ, ਕਿੰਨੇ ਫਸਾਇਆ? ਮੇਰੇ ਕ੍ਰੋਧ ਨੇ, ਮੇਰੇ ਲਾਲਚ ਨੇ, ਮੇਰੀ ਈਗੋ ਨੇ ਮੈਨੂੰ ਮਰਾਇਆ। ਆਖਿਆ ਵੀ ਚਾਕਰ ਕਿਹੇ ਡਰਨਾ, ਜਾਂ ਸਿਕਦਾਰੇ ਪਵੇ ਜੰਜੀਰੀ, ਤਾਂ ਚਾਕਰ ਹੱਥੋਂ ਮਰਨਾ, ਆਪਣੇ ਵਿਸ਼ਿਆਂ ਦੇ ਕੋਲੋਂ ਮਰਨਾ। ਪਾਤਸ਼ਾਹ ਕਹਿੰਦੇ ਨੇ, ਆਹ ਗੁਣਾ ਕਲ ਆਈਏ ਪੰਡਤ, ਤੇਰੇ ਕਹਿਣ ਅਨੁਸਾਰ ਕਲਯੁਗ ਦਾ ਸਮਾਂ ਆ ਗਿਆ। ਹੁਣ ਕਲਯੁਗ ਆ। ਜੋ ਵੀ ਕਰਮਕਾਂਡ ਦਾ ਰਸਤਾ ਛੱਡ ਕੇ ਉਹਦੀ ਸਿਫਤ ਸਲਾਹ ਕਰਦਾ ਨਾ, ਉਹ ਬੰਦਾ ਤਰ ਜਾਂਦਾ। ਹੁਣ ਗੁਰੂ ਸਾਹਿਬ ਕਹਿੰਦੇ ਕਿ ਤੇਰੇ ਹਿਸਾਬ ਨਾਲ ਪੰਡਤ ਨੂੰ ਕਹਿੰਦੇ ਕਿ 3 ਯੁੱਗਾਂ ਦਾ ਜਿਹੜਾ ਉਹ ਪ੍ਰਭਾਵ ਮੁੱਕ ਚੁੱਕਾ। ਇਸ ਲਈ ਅਰਦਾਸ ਕਰੋ ਕਿ ਜੇ ਬਚਣਾ ਚਾਹੁੰਦੇ ਹੋ ਤਾਂ ਉਹਦੇ ਅੱਗੇ ਅਰਦਾਸ ਕਰੋ ਕਿ ਮਹਾਰਾਜ ਮੈਨੂੰ ਸ਼ਰਨ ਵਿੱਚ ਪਾ ਲਓ ਅਤੇ ਮੈਨੂੰ ਮਾਫ਼ ਕਰ ਦਿਓ। ਮੈਂ ਇਹ ਤੁਹਾਡੇ ਸ਼ਰਨ ਵਿੱਚ ਆਇਆ ਹਾਂ। ਗੁਰੂ ਸਾਹਿਬ ਕੀ ਕਹਿੰਦੇ ਨੇ? ਸ਼ਰਨ ਪਿਆ ਨੂੰ ਜਿਹੜੇ ਉਹ ਬਾਹੋਂ ਫੜ ਕੇ ਭਵਜਲ ਦੇ ਸਾਗਰ ਵਿੱਚੋਂ ਕੱਢ ਲੈਂਦੇ ਨੇ। ਹੁਣ ਵੇਖੋ, ਜਿਹੜੀ ਸਰਕਾਰ ਸੀ, ਉਹ ਕੋਈ ਵੀ ਸਰਕਾਰ ਆ, ਪਹਿਲਾਂ ਜਿਹੜੀ ਸਰਕਾਰ ਸੀ, ਜਿਹੜੀ ਔਰੰਗਜ਼ੇਬ ਦੀ ਸਰਕਾਰ ਸੀ, ਉਹ ਕੀ ਆ? ਜ਼ਬਰਦਸਤੀ ਲੋਕਾਂ ਨੂੰ ਧਰਮ ਪਰਿਵਰਤਨ ਕਰਾਉਂਦੀ ਰਹੀ ਆ। ਉਹਨਾਂ ਜਨੇਊ ਲਾਉਂਦੀ ਰਹੀ ਆ। ਜਨੇਊ ਲਾ ਕੇ ਤੁਹਾਨੂੰ ਪਤਾ ਹੀ ਹੈ ਕਿਵੇਂ ਜਨੇਊ ਉਹ ਤੋਲ ਕੇ, ਫਿਰ 100 ਮਣ ਜਨੇਊ ਤੋਲ ਕੇ ਫਿਰ ਖਾਣਾ ਖਾਂਦੇ ਹੁੰਦੇ ਸੀ। ਬਾਣੀ ਬ੍ਰਹਮਾ ਵੇਦ ਅਰਥਵਨ ਕਰਨੀ ਕੀਰਤ ਲਹਿਆ। ਜਾਦੂ ਟੂਣਿਆਂ ਦਾ ਪ੍ਰਚਾਰਕ ਜਿਹੜਾ ਸੀ ਨਾ ਬ੍ਰਹਮਾ, ਜਾਦੂ ਟੂਣਿਆਂ ਵਾਲਾ ਜਿਹੜਾ ਸੀ ਨਾ ਗ੍ਰੰਥ ਅਰਥਵਨ ਵੇਦ, ਸਤਿਗੁਰੂ ਕਹਿੰਦੇ ਨੇ ਉਹ ਬ੍ਰਹਮਾ ਤੇ ਬ੍ਰਹਮਾ ਦੀ ਬਾਣੀ ਅਥਰਬੰਦ ਵੇਦ ਸੰਸਾਰ ਦੇ ਵਿੱਚ ਪ੍ਰਦਾਨ ਹੋ ਗਿਆ। ਇਹੀ ਤੇ ਕਲਯੁਗ ਆ। ਜਿਹੜੇ ਜ਼ਮਾਨੇ ਵਿੱਚ ਜਾਦੂ ਟੂਣੇ ਕਰਨ ਵਾਲੇ ਲੋਕ ਦੇਵੀ ਦੇਵਤੇ ਬਣ ਕੇ ਬਹਿ ਜਾਣ ਨਾ, ਉਹ ਸਮਾਜ ਕਿਵੇਂ ਤਰੱਕੀ ਕਰ ਸਕਦਾ? ਬਾਣੀ ਬ੍ਰਹਮਾ ਵੇਦ ਅਰਥਵਨ ਕਰਨੀ ਕੀਰਤ ਲਹਿਆ। ਬ੍ਰਹਮਾ ਤੇ ਬ੍ਰਹਮਾ ਦਾ ਲਿਖਿਆ ਹੋਇਆ ਅਰਥਵਨ ਵੇਦ ਜਿਹੜਾ ਨਾ, ਉਹ ਦੋਵੇਂ ਚੀਜ਼ਾਂ ਇਵੇਂ ਆ ਜਿਵੇਂ ਮੰਨੋ ਟੂਣੇ ਕਰਨ ਵਾਲਾ ਪ੍ਰਚਾਰਕ ਤੇ ਟੂਣੇ ਕਰਨ ਵਾਲਾ ਜਿਹੜਾ ਧਰਮ ਗ੍ਰੰਥ ਆ ਉਹ ਪ੍ਰਧਾਨ ਹੋ ਗਿਆ। ਜਦੋਂ ਟੂਣੇ ਕਰਨ ਵਾਲੇ ਜਿਹੜੇ ਪ੍ਰਧਾਨ ਹੋ ਗਏ, ਉਦੋਂ ਸਮਾਜ ਕਿੱਥੋਂ ਤਰੱਕੀ ਕਰ ਸਕਦਾ? ਇਹ ਗੁਰੂ ਸਾਹਿਬ ਨੇ ਆਖਿਆ, ਪਤ ਬਿਨ ਪੂਜਾ ਸਤ ਬਿਨ ਸੰਜਮ, ਜਤ ਬਿਨ ਕਾਹੇ ਜਨੇਊ। ਪਤੀ ਨੂੰ ਵਿਸਾਰ ਕੇ ਪਤਨੀ ਜਿਹੜੀ ਆ ਉਹ ਪਰਮੇਸ਼ਰ ਦੀ ਪੂਜਾ ਜਿਹੜੀ ਆ ਉਹ ਨਹੀਂ ਕਰ ਸਕਦੀ। ਜਦੋਂ ਰੱਬ ਭੁੱਲ ਗਿਆ ਤੇ ਆਪਾਂ ਪੂਜਾ ਕਿਹਦੀ ਕਰਨੀ ਆ? ਸਤ ਬਿਨ ਸੰਜਮ। ਜੇ ਕਿਰਦਾਰ ਹੀ ਜਿਹੜਾ ਉੱਚਾ ਨਹੀਂ ਆ, ਫਿਰ ਰੋਟੀ ਖਾਣ ਦਾ ਕਾਹਦਾ ਪਰਹੇਜ਼ ਆ? ਪਰਹੇਜ਼ ਕਰਨਾ ਝੂਠ ਤੋਂ, ਵਿਸ਼ਿਆਂ ਵਿਕਾਰਾਂ ਤੋਂ ਕਰਨਾ, ਪਰਹੇਜ਼ ਰੋਟੀ ਦਾ ਕਰ ਲਿਆ। ਜਤ ਬਿਨ ਕਾਹੇ ਜਨੇਊ। ਜੇ ਤੇਰੇ ਅੰਦਰ ਜਾਤੀ ਨਹੀਂ ਹੈਗਾ, ਅੰਦਰੋਂ ਤੂੰ ਬ੍ਰਹਮਚਾਰ ਨਹੀਂ ਹੋ ਸਕਿਆ, ਫਿਰ ਜਨੇਊ ਪਾਇਆ ਕੀ ਕਰੇਗਾ? ਸਾਹਿਬ ਨੇ ਆਖਿਆ, ਜੇ ਨਹਾਵੋ ਧੋਵੋ ਤਿਲਕ ਚੜਾਵੋ, ਸੱਚ ਬਿਨ ਸੋਚ ਨਾ ਹੋਈ। ਸੋਚ ਨੂੰ ਮਹਾਰਾਜ ਨੇ ਜੋੜਿਆ ਕਾਹਦੇ ਨਾਲ? ਪਾਣੀ ਨਾਲ ਨਹੀਂ, ਸੱਚ ਨਾਲ ਜੋੜਿਆ।
ਮਹਾਰਾਜ ਜੀ ਕਹਿੰਦੇ ਨੇ ਜਿੰਨੇ ਮਰਜ਼ੀ ਨਹਾ ਲਓ, ਧੋ ਲਓ, ਤਿਲਕ ਲਾ ਲਓ, ਪਵਿੱਤਰ ਨਹੀਂ ਹੋ ਸਕਦੇ ਤੁਸੀਂ। ਪਵਿੱਤਰ ਕੌਣ ਕਰੂਗਾ? ਸੱਚ। ਸੱਚ ਬਿਨ ਸੋਚ ਨਾ ਹੋਈ। ਕੱਲ ਪ੍ਰਵਾਨ ਕਤੇਬ ਕੁਰਾਨ ਸਾਹਿਬ ਜੀ ਕਹਿੰਦੇ ਨੇ ਕਿ ਇਸਲਾਮੀ ਹਕੂਮਤ ਦੇ ਧੱਕੇ ਜ਼ੋਰ ਹੇਠ ਸ਼ਾਮੀ ਕਿਤਾਬਾਂ ਤੇ ਕੁਰਾਨ ਨੂੰ ਪ੍ਰਵਾਨਗੀ ਦਿੱਤੀ ਜਾ ਰਹੀ ਹੈ। ਇਸਲਾਮ ਦਾ ਬੋਲਬਾਲਾ ਪੋਥੀ ਪੰਡਤ ਰਹੇ ਪੁਰਾਣ, ਤੇ ਪੁਰਾਣ ਪੰਡਤਾਂ ਦੀਆਂ ਪੋਥੀਆਂ ਜਿਹੜੀਆਂ ਨਾ ਉਹ ਰਹਿ ਗਈਆਂ। ਹਿੰਦੂ ਧਰਮ ਦੇ ਜਿਹੜੇ ਧਰਮ ਗ੍ਰੰਥ ਸੀ ਉਹ ਪਿੱਛੇ ਰਹਿ ਗਏ ਤੇ ਇਸਲਾਮ ਧਰਮ ਦੀ ਪ੍ਰਧਾਨਤਾ ਹੋ ਗਈ। ਯਾਨੀ ਕਿ ਇੱਕ ਧਿਰ ਦੂਜੇ ਧਿਰ ਤੇ ਧੱਕਾ ਕਰ ਰਹੀ ਆ। ਇਹੀ ਕਲਯੁਗ ਆ। ਨਾਨਕ ਨਾਉ ਪਹਿਆ ਰਹਿਮਾਨ, ਪਰਮੇਸ਼ਰ ਨੂੰ ਲੋਕ ਰਹਿਮਾਨ ਕਹਿਣ ਲੱਗ ਪਏ। ਇਹੀ ਤੇ ਕਲਯੁਗ ਆ। ਜਦੋਂ ਲੋਕ ਨਹੀਂ ਜਾਣਦੇ ਸਾਰੀ ਸ੍ਰਿਸ਼ਟੀ ਦਾ ਜਿਹੜਾ ਕਰਤਾ ਧਰਤਾ ਪਰਮਾਤਮਾ ਜਿਹੜਾ ਉਹ ਤੂੰ ਹੀ ਆ। ਇੱਥੇ ਰਹਿਮਾਨ ਦਾ ਮਤਲਬ ਇਹ ਨਹੀਂ ਕਿ ਰੱਬ ਨੂੰ, ਅੱਲਾ ਨੂੰ ਰਹਿਮਾਨ ਕਿਹਾ ਗਿਆ। ਜੋ ਉਹਨੇ ਕਿਹਾ ਗਿਆ ਕਿ ਜੇ ਧੱਕੇ ਨਾਲ ਅੱਲਾ ਖਵਾਉਣਾ, ਇਹੀ ਤੇ ਫਰਕ ਆ। ਜੇ ਮਹਾਰਾਜ ਜੀ ਨਾਮਦੇਵ ਮਹਾਰਾਜ ਜੀ ਉਸ ਪਰਮੇਸ਼ਰ ਨੂੰ ਅੱਲਾ ਵੀ ਕਹਿੰਦੇ ਆ, ਬਿਠਲ ਵੀ ਕਹਿੰਦੇ ਆ, ਕਈ ਕੁਛ ਕਹਿੰਦੇ ਆ। ਧੌਣ ਤੇ ਤਲਵਾਰ ਰੱਖ ਕੇ ਉਹ ਕਹਿੰਦੇ ਨਹੀਂ ਕਹਿਣਾ, ਮਰਜ਼ੀ ਨਾ ਕਹਿਣਾ, ਗੁਲਾਮੀ ਨਾ ਨਹੀਂ ਕਹਿਣਾ। ਕੀ ਕਹਿੰਦੇ ਨੇ? ਨਾ ਤੂੰ ਮੇਰੀ, ਨਾ ਮੈਂ ਤੇਰਾ ਪੁੱਤਰਾ। ਤੂੰ ਮੇਰੀ ਮਾਂ ਨਹੀਂ, ਮੈਂ ਤੇਰਾ ਪੁੱਤ ਨਹੀਂ। ਉਹ ਕਹਿੰਦੇ ਨੇ ਕਿ ਉੱਦਾਂ ਅੱਲਾ ਕਹਿਣਾ ਉਹ ਹੋਰ ਗੱਲ ਆ। ਮੈਂ ਆਪਣੀ ਮੌਜ ਵਿੱਚ ਕਹਿਣਾ ਵੀ ਅੱਜ ਅੱਲਾ ਕਹਿਣ ਦਾ ਮਤਲਬ ਆ ਮੈਂ ਇਹਨਾਂ ਦਾ ਗੁਲਾਮ ਬਣ ਕੇ, ਮੈਂ ਗੁਲਾਮ ਨਹੀਂ ਹੋ ਸਕਦਾ। ਆਪਣੀ ਮੌਜ ਵਿੱਚ ਜੋ ਮਰਜ਼ੀ ਕਵਾਂ, ਪਰ ਗੁਲਾਮ ਬਣ ਕੇ ਕੁਛ ਨਹੀਂ ਕਹਿਣਾ। ਨਾਨਕ ਨਾਉ ਪਿਆ ਰਹਿਮਾਨ, ਮੁਸਲਮਾਨ ਧਿਰ ਜਿਹੜੀ ਉਹ ਦੂਜੇ ਤੇ ਧੱਕਾ ਕਰ ਰਹੀ ਆ। ਜਿਵੇਂ ਅੱਜ ਕਿਹਾ ਜਾ ਰਿਹਾ ਨਾ ਵੀ ਨਾਅਰੇ ਲਾਓ, ਅੱਲਾ ਦੇ ਨਾਅਰੇ ਲਾਓ, ਇਹ ਕੀ ਆ ਧੱਕਾ। ਰਾਮ ਦੇ ਨਾਅਰੇ ਲਾਓ, ਸ਼੍ਰੀ ਰਾਮ ਦੇ ਨਾਅਰੇ ਲਾਓ, ਇਹ ਕੀ ਆ ਧੱਕਾ। ਜਿਹੜਾ ਧਰਮ ਆ ਨਾ ਉਹ ਧੱਕੇ ਨਾਲ ਨਹੀਂ ਕਮਾਇਆ ਜਾ ਸਕਦਾ। ਧਰਮ ਜਿਹੜਾ ਉਹ ਆਪਣੀ ਮਰਜ਼ੀ ਨਾਲ ਕਮਾਉਂਦੇ ਆ। ਸਾਹਿਬ ਜੀ ਕੀ ਕਹਿੰਦੇ ਆ? ਨਾਨਕ ਨਾਮ ਮਿਲੇ ਵਡਿਆਈ, ਇਹਦੋਂ ਮਿੱਤਰ ਕਰਮ ਨਹੀਂ। ਜਿਹਨੂੰ ਸਾਰੇ ਸਿਮਰਤ ਸ਼ਾਸਤਰੀਆਂ ਨੇ ਸਲਾਹਿਆ ਨਾ ਪਰਮੇਸ਼ਰ ਦੇ ਨਾਮ, ਪਰਮੇਸ਼ਰ ਦਾ ਨਾਮ ਮਿਲ ਜੇ, ਇਹਦੋਂ ਵੱਡੀ ਬਖਸ਼ਿਸ਼ ਕਿਹੜੀ ਹੈ। ਜੇਕਰ ਹੁੰਦੇ ਮੰਗਣ ਜਾਈਏ ਫਿਰ ਉਲਾਮਾ ਮਿਲੇ ਤਹੀਂ। ਬੰਦੇ ਦੇ ਘਰ ਵਿੱਚ ਸਾਰਾ ਕੁਛ ਹੋਏ ਨਾ, ਪਿਓ ਰਾਜਾ ਹੋਵੇ ਤੇ ਉਹ ਬਾਹਰ ਭੀਖ ਮੰਗਦਾ ਫਿਰ, ਇਹ ਵਡਿਆਈ ਵਾਲੀ ਗੱਲ ਥੋੜ੍ਹਾ ਵਾ, ਇਹ ਉਲਾਮੇ ਵਾਲੀ ਗੱਲ ਆ। ਲੋਕ ਕਹਿਣਗੇ ਤੁਸੀਂ ਬਾਦਸ਼ਾਹ ਹੋ, ਤੁਸੀਂ ਰਾਜੇ ਹੋ, ਤੁਹਾਡਾ ਬੱਚਾ ਤੇ ਕੱਲ੍ਹ ਭੀਖ ਮੰਗ ਰਿਹਾ ਸੀ। ਗੁਰੂ ਸਰਬ ਕਲਾ ਸਮਰੱਥ ਹੋਵੇ ਨਾ, ਇੱਛਾ ਪੂਰਵ ਸਰਬ ਸੁਖ ਦਾਤਾ ਹਰ ਜਾਂ ਕੇ ਵਾਸਾ ਕਾਮ ਤੇ ਨਾ, ਸਰਬ ਸੁਖਾਂ ਕਾ ਦਾਤਾ ਸਤਿਗੁਰੂ ਤਾਂ ਕੀ ਸ਼ਰਨੀ ਪਾਈਏ। ਜਿਤੜੇ ਫਲ ਮਨ ਬਾਂਸੀਏ ਤਿਤੜੇ ਸਤਿਗੁਰੂ ਪਾਸ। ਤੁਸੀਂ ਗੁਰੂ ਨੂੰ ਛੱਡ ਕੇ ਬੰਦਾ ਹੋਰ ਪਾਸੇ ਜਾਏ, ਫਿਰ ਲੋਕ ਜਿਹੜੇ ਆ ਉਹ ਸਵਾਲ ਤੇ ਗੁਰੂ ਤੇ ਚੁੱਕਣਗੇ ਵੀ ਕੈਸੇ ਗੁਰੂ ਹੋ ਤੁਸੀਂ। ਜੇ ਸਿੱਖ ਮੰਗ ਰਿਹਾ ਭੀਖ, ਇਹਦਾ ਮਤਲਬ ਗੁਰੂ ਜਿਹੜਾ ਉਹ ਇੱਦਾਂ ਦਾ ਵਾ। ਸਿੱਖ ਕਦੇ ਵੀ ਆਪਣੇ ਗੁਰੂ ਦਾ ਪੱਲਾ ਛੱਡ ਕੇ ਨਾ ਬਾਹਰ ਨਹੀਂ ਜਾਂਦਾ। ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੰਡਤ ਨਾਲ ਵਿਚਾਰ ਕਰਦਿਆਂ ਉਹਨੂੰ ਨਾ ਕਲਯੁਗ ਦੀ ਪਰਿਭਾਸ਼ਾ ਇਸ ਵਾਕ ਦੇ ਰਾਹੀਂ ਉਹਨੂੰ ਸਮਝਾਈ ਸੀ। ਸਤਿਗੁਰੂ ਪਰਮੇਸ਼ਰ ਜੀ ਕਿਰਪਾ ਕਰਨ ਅਸੀਂ ਵੀ ਇਸ ਜਿਹੜੇ ਸ਼ਬਦ ਦੇ ਧਾਰਨੀ ਹੋ ਸਕੀਏ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ। ਪ੍ਰਿਯ ਤੁਧ ਭਗਵੰਤਾ ਹੁਣ ਰਹਿਣ ਨਾ ਵਹਾਵੇ, ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀਓ। ਸਤਿਗੁਰੂ ਜੀ ਕਿਰਪਾ ਕਰਨ, ਪਾਵਨ ਬਾਣੀ ਦੇ ਨਾਲ ਜੁੜ ਕੇ ਪਾਵਨ ਮੁੱਖ ਆਪਣਾ ਜੀਵਨ ਸੁਧਾਰ ਸਕੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਪਾਤਸ਼ਾਹ ਜੀ ਬਖਸ਼ਣਹਾਰ ਹੈ। ਸਭਨਾਂ ਦਾ ਧੰਨਵਾਦ। ਬੁਲਾਓ ਫਤਿਹ ਜੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।